सोनू सूद दरअसल जो एक्टिव होए उदों तो बीजेपी ने बहुत सैलीब्रेट किया। ਜਦੋਂ ਹੀ ਉਹ ਪੰਜਾਬ 'ਚ ਐਕਟਿਵ ਹੁੰਦੇ ਨੇ, ਜਦੋਂ ਹੋਰ ਫਰੰਟਾਂ 'ਤੇ ਐਕਟਿਵ ਹੁੰਦੇ ਨੇ ਤਾਂ ਫਿਰ ਬੀਜੇਪੀ ਦੇ ਆਈਟੀ ਸੈੱਲ ਵੱਲੋਂ ਵੀ ਉਹਨਾਂ ਦੀ ਆਲੋਚਨਾ ਕੀਤੀ ਜਾਂਦੀ ਅਸੀਂ ਦੇਖਦੇ ਰਹੇ ਹਾਂ। ਜਿਹੜਾ ਇਨਕਮ ਟੈਕਸ ਦੀ ਰੇਡ ਹੋਈ ਉਹ ਪਹਿਲਾਂ ਕਿਉਂ ਨਹੀਂ ਹੋਈ? ਬਹੁਤ ਸਾਰੀਆਂ ਇੰਡੀਪੈਂਡੈਂਟ ਆਵਾਜ਼ਾਂ ਨੇ ਜਿਹੜੀਆਂ ਆਜ਼ਾਦਾਨਾ ਤਰੀਕੇ ਨਾਲ ਵਿਚਰਦੀਆਂ ਨੇ, ਉਹਨਾਂ ਦੇ ਉੱਤੇ ਰੇਡ ਹੁੰਦੀ। ਜੇਕਰ ਆਪਾਂ ਇਹ ਦੇਖਦੇ ਹਾਂ ਕਿ ਸੋਨੂ ਸੂਦ ਦੇ ਹੱਕ ਦੇ ਵਿੱਚ ਵੀ ਆਵਾਜ਼ਾਂ ਉੱਠ ਰਹੀਆਂ ਨੇ, ਪਰ ਉਹਨਾਂ ਦੀਆਂ ਮੁਸ਼ਕਲਾਂ ਵੀ ਜਿਵੇਂ ਵਧੀਆਂ ਹੋਈਆਂ ਨੇ, ਉਹਨਾਂ ਦੀ ਸਪੋਰਟ ਦੇ ਵਿੱਚ ਕੌਣ ਆਇਆ? ਕਿਸਾਨ ਮੋਰਚੇ ਨੇ ਵੀ ਆਲੋਚਨਾ ਕੀਤੀ ਹੈ ਮੋਦੀ ਸਰਕਾਰ ਦੀ। ਕਿਸਾਨ ਮੋਰਚੇ ਨੇ ਵੀ ਕਿਹਾ ਕਿ ਅਸੀਂ ਸੋਨੂ ਸੂਦ ਦੇ ਨਾਲ ਖੜੇ ਹਾਂ, ਡਟ ਕੇ ਸੋਨੂ ਸੂਦ ਦੇ ਨਾਲ ਖੜੇ ਰਵਾਂਗੇ। ਇਹ ਨਹੀਂ ਕਿ ਨਹੀਂ ਕਾਰਵਾਈ ਹੋਣੀ ਚਾਹੀਦੀ, ਪਰ ਕਿਸੇ ਨੂੰ ਕਿਸੇ ਵਿਚਾਰ ਕਰਕੇ ਟਾਰਗੇਟ ਕੀਤਾ ਜਾਵੇ, ਕਿਸੇ ਨੂੰ ਕਿਸੇ ਵਿਚਾਰਧਾਰਾ ਕਰਕੇ ਟਾਰਗੇਟ ਕੀਤਾ ਜਾਵੇ, ਕਿਸੇ ਨੂੰ ਕਿਸੇ ਧਰਮ ਕਰਕੇ ਕੀਤਾ ਜਾਵੇ। ਯਾਦਵਿੰਦਰ ਜੀ, ਜਿਵੇਂ ਕਿ ਸੋਨੂ ਸੂਦ ਦੇ ਘਰ ਦੇ ਉੱਤੇ, ਉਸਦੇ ਦਫ਼ਤਰ ਦੇ ਉੱਤੇ ਲਗਾਤਾਰ ਰੇਡ ਹੋ ਰਹੀ ਹੈ ਇਨਕਮ ਟੈਕਸ ਵਿਭਾਗ ਦੀ, ਕਿਉਂ ਹੋ ਰਹੀ ਹੈ ਇਹ ਰੇਡ? ਤੀਜੇ ਦਿਨ ਬੰਬੇ 'ਚ ਵੀ ਰੇਡ ਹੋਈ ਹੈ, ਉਸ ਤੋਂ ਪਹਿਲਾਂ ਲਗਾਤਾਰ ਰੇਡਾਂ ਹੋ ਰਹੀਆਂ ਨੇ। ਸੋਨੂ ਸੂਦ ਦਰਅਸਲ ਜਦੋਂ ਐਕਟਿਵ ਹੋਏ ਉਦੋਂ ਤਾਂ ਬੀਜੇਪੀ ਨੇ ਬਹੁਤ ਸੈਲੀਬ੍ਰੇਟ ਕੀਤਾ। ਮਹਾਰਾਸ਼ਟਰ ਦੇ ਅੰਦਰ ਸ਼ਿਵ ਸੈਨਾ ਨੇ ਕਿਹਾ ਕਿ ਸੋਨੂ ਸੂਦ ਬੀਜੇਪੀ ਨਾਲ ਰਲੇ ਹੋਏ ਨੇ ਤੇ ਬੀਜੇਪੀ ਨੇ ਉਹਨਾਂ ਨੂੰ ਬਹੁਤ ਚੁੱਕਿਆ। ਪਰ ਜਦੋਂ ਹੀ ਉਹ ਥੋੜ੍ਹਾ ਜਿਹਾ ਖੁੱਲ੍ਹੇ, ਉਹਨਾਂ ਨੇ ਆਪਣਾ ਦਾਇਰਾ ਵੱਡਾ ਕੀਤਾ। ਹੋ ਸਕਦਾ ਬੀਜੇਪੀ ਦੇ ਨਾਲ ਉਹਨਾਂ ਦੀ ਨੇੜਤਾ ਹੋਵੇ, ਕੋਈ ਮਾੜੀ ਗੱਲ ਨਹੀਂ ਗੀ, ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਕਿਸੇ ਦਾ ਰਿਲੇਸ਼ਨ ਹੋ ਸਕਦਾ, ਪਰ ਜਦੋਂ ਹੀ ਉਹ ਅਰਵਿੰਦ ਕੇਜਰੀਵਾਲ ਨੂੰ ਮਿਲਦੇ ਨੇ, ਜਦੋਂ ਹੀ ਉਹ ਪੰਜਾਬ 'ਚ ਐਕਟਿਵ ਹੁੰਦੇ ਨੇ, ਜਦੋਂ ਹੋਰ ਫਰੰਟਾਂ 'ਤੇ ਐਕਟਿਵ ਹੁੰਦੇ ਨੇ ਤਾਂ ਫਿਰ ਬੀਜੇਪੀ ਦੇ ਆਈਟੀ ਸੈੱਲ ਵੱਲੋਂ ਵੀ ਉਹਨਾਂ ਦੀ ਆਲੋਚਨਾ ਕੀਤੀ ਜਾਂਦੀ ਅਸੀਂ ਦੇਖਦੇ ਰਹੇ ਹਾਂ। ਤੇ ਖਾਸ ਤੌਰ 'ਤੇ ਜਦੋਂ ਅਰਵਿੰਦ ਕੇਜਰੀਵਾਲ ਨੂੰ ਮਿਲੇ ਉਸ ਤੋਂ ਬਾਅਦ ਉਹ ਬੀਜੇਪੀ ਦੇ ਟਾਰਗੇਟ ਦੇ ਉੱਤੇ ਆਉਂਦੇ ਨੇ, ਕਿਉਂਕਿ ਉੱਤਰ ਪ੍ਰਦੇਸ਼ ਦੇ ਅੰਦਰ ਚੋਣਾਂ ਨੇ ਤੇ ਉੱਤਰ ਪ੍ਰਦੇਸ਼ ਦਿੱਲੀ ਦੇ ਬਿਲਕੁਲ ਨੇੜੇ ਆ। ਕੇਜਰੀਵਾਲ ਸਰਕਾਰ ਨੇ ਬ੍ਰਾਂਡ ਐਂਬੈਸਡਰ ਬਣਾਇਆ। ਚਰਚਾ ਇੱਥੋਂ ਤੱਕ ਆ ਕਿ ਸੋਨੂ ਸੂਦ ਦੇ ਭੈਣ ਆਮ ਆਦਮੀ ਪਾਰਟੀ ਤੋਂ ਚੋਣ ਲੜ ਸਕਦੇ ਨੇ। ਇਸ ਤਰ੍ਹਾਂ ਦੀ ਚਰਚਾ, ਲੜਨਾ ਪਤਾ ਨਹੀਂ, ਪਰ ਚਰਚਾ ਇਸ ਤਰ੍ਹਾਂ ਦੀ ਹੈ ਕਿ ਮੋਗੇ ਤੋਂ ਉਹਨਾਂ ਨੂੰ ਸੀਟ ਦਿੱਤੀ ਜਾ ਸਕਦੀ ਹੈ। ਤਾਂ ਬੀਜੇਪੀ ਨੇ ਨਾਲ ਦੀ ਨਾਲ ਜਿਹੜਾ ਐਲੀਗੇਸ਼ਨ ਲੱਗ ਰਿਹਾ ਬੀਜੇਪੀ ਤੇ ਆਮ ਆਦਮੀ ਪਾਰਟੀ ਨੇ ਵੀ ਕਿਹਾ ਤੇ ਦੂਜੀਆਂ ਪਾਰਟੀਆਂ ਵੀ ਕਹਿ ਰਹੀਆਂ ਨੇ ਕਿ ਸੋਨੂ ਸੂਦ ਨੂੰ ਟਾਰਗੇਟ ਇਸ ਕਰਕੇ ਕੀਤਾ ਗਿਆ। ਜਿਹੜਾ ਇਨਕਮ ਟੈਕਸ ਦੀ ਰੇਡ ਹੋਈ ਉਹ ਪਹਿਲਾਂ ਕਿਉਂ ਨਹੀਂ ਹੋਈ? ਇਹ ਨਹੀਂ ਕਿ ਇਨਕਮ ਟੈਕਸ ਚੈੱਕ ਨਹੀਂ ਹੋਣਾ ਚਾਹੀਦਾ ਕਿਸੇ ਦਾ, ਬਿਲਕੁਲ ਹੋਣਾ ਚਾਹੀਦਾ, ਪਰ ਪਹਿਲਾਂ ਕਿਉਂ ਨਹੀਂ ਤੇ ਹੁਣ ਕਿਉਂ? ਪਹਿਲਾਂ ਸੈਲੀਬ੍ਰੇਟ ਕੀਤਾ ਗਿਆ ਤੇ ਹੁਣ ਲਗਾਤਾਰ ਆਲੋਚਨਾ ਕੀਤੀ ਜਾ ਰਹੀ ਹੈ। ਅਸੀਂ ਦੇਖਿਆ ਬੀਜੇਪੀ ਦੇ ਜਿਹੜੇ ਸਮਰਥਕ ਹੈਂਡਲ ਨੇ ਜੇ ਟਵਿੱਟਰ ਦੇ, ਫੇਸਬੁੱਕ ਦੇ ਉੱਤੇ ਅਸੀਂ ਦੇਖ ਰਹੇ ਹਾਂ, ਉਹ ਸੋਨੂ ਸੂਦ ਦੀ ਆਲੋਚਨਾ ਕਰ ਰਹੇ ਨੇ। ਤੇ ਦੂਜੇ ਪਾਸੇ ਇਹ ਇੱਕ ਪੈਟ ਤਰੀਕਾ, ਬਹੁਤ ਸਾਰੇ ਆਪਾਂ ਚੈਨਲਸ ਦੇ ਉੱਤੇ ਦੇਖਿਆ, ਬਹੁਤ ਸਾਰੇ ਯੂਟਿਊਬਰ ਦੇ ਉੱਤੇ ਦੇਖਿਆ, ਬਹੁਤ ਸਾਰੀਆਂ ਇੰਡੀਪੈਂਡੈਂਟ ਆਵਾਜ਼ਾਂ ਨੇ ਜਿਹੜੀਆਂ ਆਜ਼ਾਦਾਨਾ ਤਰੀਕੇ ਨਾਲ ਵਿਚਰਦੀਆਂ ਨੇ, ਉਹਨਾਂ ਦੇ ਉੱਤੇ ਰੇਡ ਹੁੰਦੀ ਹੈ। ਕਿ ਜਿਹੜੇ ਬੀਜੇਪੀ ਦੇ ਸਮਰਥਕ ਨੇ ਉਹਨਾਂ ਦੇ ਨਾਲ ਵੀ ਇਹੀ ਵਿਹਾਰ ਹੁੰਦਾ ਗਾ? ਤਾਂ ਇਸ ਦੇਸ਼ ਦੇ ਅੰਦਰ ਡੈਮੋਕ੍ਰੇਸੀ ਹੈ, ਕੋਈ ਬੰਦਾ ਆਪਣੀ ਗੱਲ ਕਹਿ ਸਕਦਾ। ਇਸ ਤਰੀਕੇ ਦੇ ਨਾਲ ਟਾਰਗੇਟ ਕਰਾਉਣਾ ਬੜਾ ਸ਼ਰਮਨਾਕ ਹੈ, ਇਹ ਨਹੀਂ ਹੋਣਾ ਚਾਹੀਦਾ। ਔਰ ਸੋਨੂ ਸੂਦ 'ਤੇ ਲਗਾਤਾਰ ਸਮਾਜ ਲਈ ਉਹਨਾਂ ਨੇ ਕੰਮ ਕੀਤਾ ਗਾ। ਦੇਖੋ, ਕਰੋਨਾ ਦੇ ਅੰਦਰ ਬਹੁਤ ਵੱਡੀ ਮੁਹਿੰਮ ਚਲਾਈ ਉਹਨਾਂ ਨੇ, ਕਰੋਨਾ ਦੇ ਅੰਦਰ ਲੋਕਾਂ ਦੀ ਮਦਦ ਕੀਤੀ, ਗਰੀਬਾਂ ਦੀ ਮਦਦ ਕੀਤੀ। ਉਦੋਂ ਬੀਜੇਪੀ ਨੇ ਬਹੁਤ ਵੱਡੇ ਪੱਧਰ 'ਤੇ ਉਹਨਾਂ ਨੂੰ ਸੈਲੀਬ੍ਰੇਟ ਕੀਤਾ। ਉਸ ਤੋਂ ਇਲਾਵਾ ਵੀ ਉਹਨਾਂ ਨੇ ਬਹੁਤ ਸਾਰੀਆਂ ਕੰਪੇਨਸ ਲਾਂਚ ਕੀਤੀਆਂ ਜਿਹੜੀਆਂ ਲੋਕਾਂ ਲਈ ਨੇ, ਸਮਾਜ ਸੇਵੀ ਦੇ ਤੌਰ ਦੇ ਉੱਤੇ, ਜੋ ਸਮਾਜ ਸੇਵੀ ਦਾ ਰੋਲ ਹੁੰਦਾ ਗਾ। ਪਰ ਕਿਤੇ ਨਾ ਕਿਤੇ ਇਹ ਦੁਖਿਆ ਗਾ, ਇਹਦੇ 'ਚ ਕੋਈ ਦੋ ਰਹਿ ਨਹੀਂ ਆ ਕਿ ਉਹ ਦੁਖਿਆ। ਇਸੇ ਕਰਕੇ ਆਪਾਂ ਦੇਖ ਰਹੇ ਹਾਂ ਕਿਸਾਨ ਮੋਰਚੇ ਨੇ ਵੀ ਆਲੋਚਨਾ ਕੀਤੀ ਹੈ ਮੋਦੀ ਸਰਕਾਰ ਦੀ। ਕਿਸਾਨ ਮੋਰਚੇ ਨੇ ਵੀ ਕਿਹਾ ਕਿ ਅਸੀਂ ਸੋਨੂ ਸੂਦ ਦੇ ਨਾਲ ਖੜੇ ਹਾਂ, ਡਟ ਕੇ ਸੋਨੂ ਸੂਦ ਦੇ ਨਾਲ ਖੜੇ ਰਵਾਂਗੇ। ਇਸ ਤਰ੍ਹਾਂ ਦੀ ਆਲੋਚਨਾ ਬੀਜੇਪੀ ਦੀ ਕੇਜਰੀਵਾਲ ਦੀ ਸਰਕਾਰ ਵੀ ਕਰ ਰਹੀ ਹੈ, ਰਾਘਵ ਚੱਡਾ ਨੇ ਕੀਤੀ ਹੈ, ਇਸ ਤੋਂ ਇਲਾਵਾ ਸੰਜੇ ਸਿੰਘ ਨੇ ਕੀਤੀ ਹੈ, ਹੋਰ ਵੀ ਬਹੁਤ ਸਾਰੀਆਂ ਨੇ ਇੰਡੀਪੈਂਡੈਂਟ ਆਵਾਜ਼ਾਂ ਨੇ, ਉਹ ਵੀ ਸੋਨੂ ਸੂਦ ਦੇ ਪੱਖ 'ਚ ਆਈਆਂ ਨੇ। ਪਰ ਇਹ ਪੈਟ ਤਰੀਕਾ ਕਿ ਜਦੋਂ ਕੋਈ ਬੰਦਾ ਜਿਹੜੇ ਵੱਡੀ ਸੈਲੀਬ੍ਰਿਟੀ ਹੈ, ਅਗਰ ਉਹ ਜਿਸ ਦੀ ਸਰਕਾਰ ਹੁੰਦੀ ਉਹਦੇ ਨਾਲ ਨਹੀਂ ਚੱਲਦਾ ਤਾਂ ਤੋਂ ਏਜੰਸੀਆਂ ਤੋਂ ਟਾਰਗੇਟ ਕਰਵਾਇਆ ਜਾਂਦਾ ਤੇ ਉਹ ਲਗਾਤਾਰ ਅਸੀਂ ਦੇਖਿਆ ਹੈਗਾ। ਬਹੁਤ ਸਾਰੇ ਪੱਤਰਕਾਰਾਂ ਨੂੰ, ਬਹੁਤ ਸਾਰੇ ਲੇਖਕਾਂ ਨੂੰ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਹਮੇਸ਼ਾ ਆਪਣੇ ਤਰੀਕੇ ਨਾਲ ਚੱਲਣਾ ਚਾਹੁੰਦੀਆਂ ਨੇ, ਪਰ ਸਰਕਾਰਾਂ ਉਹਨਾਂ ਨੂੰ ਆਪਣੇ ਤਰੀਕੇ ਨਾਲ ਚਲਾਉਣੀਆਂ ਚਾਹੁੰਦੀਆਂ ਨੇ। ਇਸੇ ਕਰਕੇ ਹੀ ਟਾਰਗੇਟ ਕੀਤਾ ਜਾਂਦਾ ਹੈ। ਜੇਕਰ ਆਪਾਂ ਇਹ ਦੇਖਦੇ ਹਾਂ ਕਿ ਸੋਨੂ ਸੂਦ ਦੇ ਹੱਕ ਦੇ ਵਿੱਚ ਵੀ ਆਵਾਜ਼ਾਂ ਉੱਠ ਰਹੀਆਂ ਨੇ, ਪਰ ਉਹਨਾਂ ਦੀਆਂ ਮੁਸ਼ਕਲਾਂ ਵੀ ਜਿਵੇਂ ਵਧੀਆਂ ਹੋਈਆਂ ਨੇ, ਉਹਨਾਂ ਦੀ ਸਪੋਰਟ ਦੇ ਵਿੱਚ ਕੌਣ ਆਇਆ? ਸੋਨੂ ਸੂਦ ਦੀ ਸਪੋਰਟ ਜਿਵੇਂ ਮੈਂ ਦੱਸ ਕੇ ਹਟਿਆ, ਕਿਸਾਨ ਮੋਰਚੇ ਨੇ ਆਵਾਜ਼ ਬੁਲੰਦ ਕੀਤੀ ਹੈ। 3 ਦਿਨ ਹੋ ਗਏ ਨਾ, 3 ਦਿਨਾਂ ਦੇ ਅੰਦਰ ਅਸੀਂ ਦੇਖ ਰਹੇ ਹਾਂ ਅੱਜ ਫਿਰ ਉਹਨਾਂ ਦੇ ਬੰਬੇ ਵਾਲੇ ਜਿਹੜੀ ਉੱਥੇ ਰੇਡ ਹੋਈ ਹੈਗੀ। ਇਹਨਾਂ 3 ਦਿਨਾਂ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਬੁੱਧੀਜੀਵੀ ਨੇ, ਜਿਹੜੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਹੋਰ ਵਿਦਵਾਨ ਨੇ, ਲੇਖਕ ਨੇ, ਪੱਤਰਕਾਰ ਨੇ, ਜਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨੇ, NGOs ਨੇ, ਲੋਕ ਨੇ, ਆਮ ਲੋਕ ਜਿਨ੍ਹਾਂ ਦੇ ਉਹ ਹੀਰੋ ਸੀਗੇ, ਜਿਨ੍ਹਾਂ ਦੇ ਲਈ ਉਹਨਾਂ ਨੇ ਕੰਮ ਕੀਤਾ,
ਉਹ ਉਹਨਾਂ ਦੇ ਪੱਖ 'ਚ ਵੱਡੇ ਪੱਧਰ ਦੇ ਉੱਤੇ ਡਟੇ ਨੇ। ਪਰ ਅਸੀਂ ਦੇਖ ਰਹੇ ਹਾਂ 3 ਦਿਨਾਂ ਤੋਂ ਲਗਾਤਾਰ ਰੇਡ ਜਾਰੀ ਨੇ। ਉਹਦਾ ਕਾਰਨ ਮੈਨੂੰ ਸਭ ਤੋਂ ਵੱਡਾ ਇੱਕ ਇਹ ਵੀ ਲੱਗਦਾ ਕਿ ਉੱਤਰ ਪ੍ਰਦੇਸ਼ ਚੋਣਾਂ ਦੇ ਅੰਦਰ ਕਿਤੇ ਸੋਨੂ ਸੂਦ ਜਦੋਂ ਆਮ ਆਦਮੀ ਪਾਰਟੀ ਦੇ ਬ੍ਰਾਂਡ ਐਂਬੈਸਡਰ ਹੋਣਗੇ, ਉੱਤਰ ਪ੍ਰਦੇਸ਼ 'ਚ ਕਿਹਾ ਜਾ ਰਿਹਾ ਸੀ ਕਿ ਸੋਨੂ ਸੂਦ ਕੰਪੇਨ ਕਰ ਸਕਦੇ ਨੇ ਜਾਂ ਸੋਨੂ ਸੂਦ ਕੇਜਰੀਵਾਲ ਨਾਲ ਘੁੰਮਣਗੇ, ਕੇਜਰੀਵਾਲ ਨਾਲ ਬੈਠਣਗੇ, ਤਾਂ ਉਹਦਾ ਅਸਰ ਉੱਤਰ ਪ੍ਰਦੇਸ਼ ਤੇ ਪੰਜਾਬ ਦੇ ਉੱਤੇ ਪਏਗਾ। ਤਾਂ ਕਿਤੇ ਨਾ ਕਿਤੇ ਰਾਜਨੀਤਿਕ ਤੌਰ ਦੇ ਉੱਤੇ ਜਦੋਂ ਲੱਗਦਾ ਕਿ ਉੱਤਰ ਪ੍ਰਦੇਸ਼ ਦੀ ਰਾਜਨੀਤੀ ਇਸ ਨਾਲ ਪ੍ਰਭਾਵਿਤ ਹੋਏਗੀ ਜਾਂ ਪੰਜਾਬ ਦੀ ਰਾਜਨੀਤੀ ਪ੍ਰਭਾਵਿਤ ਹੋਏਗੀ, ਤਾਂ ਉਹਨੂੰ ਦੇਖਦੇ ਹਾਂ। ਕਿਉਂਕਿ ਉਦੋਂ ਪਹਿਲਾਂ ਕੋਈ ਵੀ ਕੰਟਰਡਿਕਸ਼ਨ ਬੀਜੇਪੀ ਦੀ ਨਹੀਂ ਆ। ਜਦੋਂ ਤੋਂ ਉਹ ਅਰਵਿੰਦ ਕੇਜਰੀਵਾਲ ਨੂੰ ਮਿਲੇ ਨੇ, ਜਦੋਂ ਤੋਂ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਪ੍ਰਸ਼ੰਸਾ ਕੀਤੀ ਹੈ, ਜ਼ਬਰਦਸਤ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵਧੀਆ ਕੰਮ ਕਰ ਰਹੇ ਨੇ ਸਕੂਲਾਂ ਤੇ ਹਸਪਤਾਲਾਂ ਦਾ, ਮੁਹੱਲਾ ਕਲੀਨਿੰਗ ਤੇ ਸਕੂਲ। ਉਦੋਂ ਬਾਅਦ ਤੁਸੀਂ ਦੇਖ ਲਓ, ਉਦੋਂ ਬਾਅਦ ਬੀਜੇਪੀ ਦੇ ਬਹੁਤ ਸਾਰੇ ਹੈਂਡਲ ਦੇਖੋਗੇ ਟਵਿੱਟਰ ਦੇ, ਉਹ ਉਹਨਾਂ ਦੀ ਆਲੋਚਨਾ ਕਰ ਰਹੇ ਸੀਗੇ। ਉਸ ਤੋਂ ਬਾਅਦ ਪਤਾ ਲੱਗਿਆ ਕਿ ਆ ਕੇ ਰੇਡ ਆ ਜਿਹੜੀ ਉਹ ਕੀਤੀ ਗਈ ਹੈ। ਪਰ ਦੇਖੋ, ਮੈਰਿਟ ਦੇ ਉੱਤੇ ਅਗਰ ਕੋਈ ਸਮੱਸਿਆ ਹੈਗੀ, ਅਗਰ ਉਹਨਾਂ ਦੇ ਇਨਕਮ ਟੈਕਸ ਦੀ ਕੋਈ ਸਮੱਸਿਆ, ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਨਹੀਂ ਕਾਰਵਾਈ ਹੋਣੀ ਚਾਹੀਦੀ, ਪਰ ਕਿਸੇ ਨੂੰ ਕਿਸੇ ਵਿਚਾਰ ਕਰਕੇ ਟਾਰਗੇਟ ਕੀਤਾ ਜਾਵੇ, ਕਿਸੇ ਨੂੰ ਕਿਸੇ ਵਿਚਾਰਧਾਰਾ ਕਰਕੇ ਟਾਰਗੇਟ ਕੀਤਾ ਜਾਵੇ, ਕਿਸੇ ਨੂੰ ਕਿਸੇ ਧਰਮ ਕਰਕੇ ਕੀਤਾ ਜਾਵੇ, ਕਿਸੇ ਨੂੰ ਕਿਸੇ ਚੁਆਇਸ ਕਰਕੇ ਕੀਤਾ ਜਾਵੇ। ਉਹਦੀ ਚੁਆਇਸ ਆ, ਮੰਨ ਲਓ ਅਰਵਿੰਦ ਕੇਜਰੀਵਾਲ ਉਹਦੀ ਚੁਆਇਸ ਹੋਣਗੇ, ਹਾਲਾਂਕਿ ਉਹ ਰਾਜਨੀਤਿਕ ਤੌਰ ਤੇ ਸਰਗਰਮ ਨਹੀਂ ਹੈ, ਪਰ ਬ੍ਰਾਂਡ ਐਂਬੈਸਡਰ ਤਾਂ ਆਪਾਂ ਦੇਖਿਆ ਕਿੰਨੀਆਂ ਫਿਲਮੀ ਐਕਟਰਸ, ਫਿਲਮਾਂ ਦੇ ਅਦਾਕਾਰ ਕਿੰਨੇ ਨੇ ਜਿਹੜੇ ਵੱਖ-ਵੱਖ ਸਰਕਾਰਾਂ ਦੇ ਬ੍ਰਾਂਡ ਐਂਬੈਸਡਰ ਨੇ। ਤਾਂ ਇਸ ਕਰਕੇ ਉਹਨਾਂ ਨੂੰ ਟਾਰਗੇਟ ਕਰਨਾ ਇਹ ਠੀਕ ਨਹੀਂ ਆ। ਪਰ ਕਿਉਂਕਿ ਚੋਣਾਂ ਸਿਰ 'ਤੇ ਨੇ, ਯੂਪੀ ਦੀਆਂ ਵੀ ਤੇ ਪੰਜਾਬ ਦੀਆਂ ਵੀ, ਇਸ ਕਰਕੇ ਸ਼ਾਇਦ ਮੋਦੀ ਸਰਕਾਰ ਨੂੰ ਉਹ ਦੁਖੇ ਜਾਂ ਬੀਜੇਪੀ ਨੂੰ ਦੁਖੇ, ਜਿਸ ਕਰਕੇ ਹੀ ਜਦੋਂ ਉਹਨਾਂ ਨੇ ਪ੍ਰਸ਼ੰਸਾ ਕਰਨੀ ਸ਼ੁਰੂ ਕੀਤੀ ਕੇਜਰੀਵਾਲ ਦੀ, ਉਸ ਤੋਂ ਬਾਅਦ ਉਹ ਲਗਾਤਾਰ ਟਾਰਗੇਟ ਹੋਏ। ਪਰ ਬਹੁਤ ਸਾਰੀਆਂ ਬੁਲੰਦ ਆਵਾਜ਼ਾਂ ਇਸ ਦੇਸ਼ ਦੀਆਂ ਉਹਨਾਂ ਦੇ ਪੱਖ 'ਚ ਡਿੱਟੀਆਂ ਨੇ। ਸੰਯੁਕਤ ਕਿਸਾਨ ਮੋਰਚੇ ਦਾ ਉਹਨਾਂ ਦੇ ਪੱਖ 'ਚ ਆਉਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ।